ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਵਾਹਿਗੁਰੂ ਸਾਹਿਬ ਜੀ। ਆਸਾ ਮਹਿਲਾ ਪਹਿਲਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਹੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਰੂਹਾਨੀਅਤ ਦੇ ਭੰਡਾਰ ਦਇਆ ਸਿੰਧ ਕਿਰਪਾ ਨਿਧ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿਆਲਤਾ ਕਰ ਰਹੇ ਹਨ। ਹਰ ਰੋਜ਼ ਇਸ ਪਾਵਨ ਅਸਥਾਨ ਤੇ ਜੁੜ ਬੈਠ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਆਪਣੇ ਝੋਲੀ ਵਿੱਚ ਪਵਾ ਰਹੇ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ, ਜੋ ਸਤਿਗੁਰੂ ਜੀ ਕਿਰਪਾ ਕਰਕੇ ਤਨ ਦੀ ਤੰਦਰੁਸਤੀ ਤੇ ਮਨ ਦਾ ਸੁੱਖ ਸਕੂਨ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਕਰਦੇ ਹਨ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਚੱਲ ਰਹੀ ਗੁਰਸ਼ਬਦ ਵਿਚਾਰ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਅੰਗ 12 ਅੰਗ ਉੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਰਹਿਰਾਸ ਜੀ ਦੇ ਪਾਵਨ ਸ਼ਬਦਾਂ ਦੇ ਸਿਰਲੇਖ ਹੇਠ ਦਰਜ ਹੈ। ਆਸਾ ਮਹੱਲਾ ਪਹਿਲਾ। ਤਿਤ ਸਰਵਰਲੇ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ। ਇਸ ਪਾਵਨ ਸ਼ਬਦ ਦਾ ਪਾਠ ਤੁਸੀਂ ਸਰਵਣ ਕੀਤਾ ਹੈ। ਆਓ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਗੁਰੂ ਚਰਨਾਂ ਵਿੱਚ ਸਭ ਤੋਂ ਪਹਿਲਾਂ ਹਾਜ਼ਰੀ ਲਾ ਕੇ ਸ਼ੁਕਰਾਨਾ ਵੀ ਕਰੀਏ ਤੇ ਅਰਦਾਸ ਕਰਕੇ ਮੰਗੀਏ ਵੀ ਸਤਿਗੁਰੂ ਜੇ ਤਨ ਕਰਕੇ ਕਿਰਪਾ ਕਰਕੇ ਜੋੜਦੇ ਹੋ ਤਾਂ ਮਨ ਕਰਕੇ ਹਾਜ਼ਰੀਆਂ ਆਪੇ ਲਾ ਲਿਓ, ਕਿਉਂਕਿ ਆਪਣੇ ਵੱਸ ਦੀ ਗੱਲ ਨਹੀਂ ਹੈ। ਆਪਾਂ ਆਪਣੇ ਮਨ ਦੀ ਹਾਜ਼ਰੀ ਵੀ ਲਾ ਸਕੀਏ। ਕਈ ਵਾਰ ਘੰਟਿਆਂ ਵੱਧੀ ਤਨ ਇੱਥੇ ਬੈਠਾ ਤੇ ਮਨ ਸੰਸਾਰ ਦੇ ਫਿਕਰਾਂ ਵਿੱਚ ਚਿੰਤਾ ਝੋਰਿਆਂ ਵਿੱਚ ਘੁੰਮਦਾ ਰਹਿੰਦਾ। ਇਸ ਲਈ ਅਰਦਾਸ ਕਰਿਓ ਸਤਿਗੁਰੂ ਆਪ ਹੀ ਇਸ ਮਨ ਨੂੰ ਜੋੜ ਲਿਓ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਅੱਜ ਬਹੁਤ ਵੱਡੀ ਗੱਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਨਾਮ ਚੇਤੇ ਕਰਨ ਦੇ ਲਾਭ ਤੁਸੀਂ ਸੁਣੇ ਆ ਬਾਣੀ ਵਿੱਚ। ਜਿਹੜਾ ਨਾਮ ਸਿਮਰਦਾ ਹੈ, ਚੇਤੇ ਕਰਦਾ ਹੈ, ਉਸ ਦੇ ਦੁੱਖ ਦੂਰ ਹੁੰਦੇ ਹਨ, ਰੋਗ ਮਿਟਦੇ ਹਨ, ਵਿਕਾਰਾਂ ਤੋਂ ਛੁਟਕਾਰਾ ਹੁੰਦਾ ਹੈ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਵਿਸਰਨ ਦੀ ਗੱਲ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਨਾਮ ਵਿਸਰ ਗਿਆ ਉਹਨਾਂ ਦਾ ਨੁਕਸਾਨ ਕੀ ਹੁੰਦਾ। ਨਾਮ ਚੇਤੇ ਕਰਨ ਦਾ ਲਾਭ ਆਪਾਂ ਬਹੁਤ ਵਾਰ ਸੁਣਿਆ। ਅੱਜ ਸਤਿਗੁਰੂ ਨੁਕਸਾਨ ਦੱਸ ਰਹੇ ਨੇ, ਭਾਈ ਜਿਨ੍ਹਾਂ ਨੂੰ ਨਾਮ ਵਿਸਰ ਗਿਆ ਉਹਨਾਂ ਦਾ ਨੁਕਸਾਨ ਵੇਖੋ ਕੀ ਹੈ। ਆਓ ਗੁਰੂ ਚਰਨਾਂ ਵਿੱਚ ਪਿਆਰ ਨਾਲ ਦੋਵੇਂ ਹੱਥ ਜੋੜ ਝੁਕਾ ਕੇ ਸੀਸ ਇੱਕ ਵਾਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਹਨ। ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਨੇਮ ਹੈ ਕਿ ਜਿਨ੍ਹਾਂ ਅੱਖਰਾਂ ਦੇ, ਜਿਨ੍ਹਾਂ ਸ਼ਬਦਾਂ ਦੇ ਮਗਰ 35 ਅੱਖਰੀ ਊੜੇ ਐੜੇ ਵਿੱਚੋਂ ਰਾੜਾ ਅੱਖਰ ਲੱਗ ਜਾਏ, ਰਾੜਾ, ਉਹ ਸ਼ਬਦ ਨੂੰ ਸੁਹੱਪਣ ਦੇਣ ਵਾਸਤੇ, ਵਡਿਆਈ ਦੇਣ ਵਾਸਤੇ, ਸ਼ੋਭਨੀਕ ਕਰਨ ਵਾਸਤੇ ਸਤਿਗੁਰ ਜੀ ਇਸ ਅੱਖਰ ਦੀ ਵਰਤੋਂ ਕਰਦੇ ਨੇ। ਜਿਵੇਂ ਤੁਸੀਂ ਆਪਾਂ ਸ਼ਬਦ ਵਰਤਦੇ ਗੁਰਸਿੱਖ, ਪਰ ਜਦੋਂ ਸਤਿਗੁਰੂ ਜੀ ਨੇ ਉਹਨੂੰ ਸ਼ੋਭਨੀਕ ਕੀਤਾ, ਵਡਿਆਈ ਦਿੱਤੀ, ਬਹੁਤ ਪ੍ਰਸੰਨਤਾ ਦੇ ਨਾਲ ਉਹਨੂੰ ਮਹਾਰਾਜ ਜੀ ਵਡਿਆਈ ਦਾ ਪੱਖ ਉਹਦਾ ਪੇਸ਼ ਕਰ ਰਹੇ ਨੇ, ਤਾਂ ਗੁਰਸਿੱਖ ਨੂੰ ਕਹਿਣਗੇ ਗੁਰਸਿੱਖੜਾ। ਗੁਰਸਿੱਖ ਦੇ ਨਾਲ ਰਾੜਾ ਲਾਤਾ, ਗੁਰਸਿੱਖੜਾ, ਉਹਦੀ ਵਡਿਆਈ ਦਿੱਤੀ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੈ ਪਾਏ। ਸ਼ਬਦ ਹੈ ਸਾਜਨ, ਤੇ ਸਾਹਿਬ ਨੇ ਜਦੋਂ ਉਹਨੂੰ ਵਡਿਆਈ ਰੂਪ ਬਖਸ਼ਿਸ਼ ਕੀਤਾ ਤਾਂ ਸਤਿਗੁਰੂ ਜੀ ਨੇ ਇੱਕ ਅੱਖਰ ਉਹ ਸ਼ਬਦ ਦੇ ਨਾਲ ਲਾ ਕੇ ਉਹਨੂੰ ਵਡਿਆਈ ਦੇ ਰੂਪ ਵਿੱਚ ਪੇਸ਼ ਕੀਤਾ। ਫਿਰ ਕਹਿਣਗੇ ਸਾਜਨੜਾ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ। ਉੱਥੇ ਸਾਜਨੜਾ ਕਹਿ ਕੇ ਉਹਦੀ ਵਡਿਆਈ ਪੇਸ਼ ਕਰ ਰਹੇ। ਆ ਜਿਹੜਾ ਸੰਸਾਰ ਸਮੁੰਦਰ ਹੈ ਤੇ ਇਹਨੂੰ ਮਹਾਰਾਜ ਜੀ ਕਹਿੰਦੇ ਦੁਨੀਆ ਸਾਗਰ ਦੁੱਤਰ ਤਰੀਐ ਕਿਵ ਕਰ ਪਾਈਐ ਪਾਰੋ। ਇਹ ਸੰਸਾਰ ਇੱਕ ਔਖਾ ਸਾਗਰ ਹੈ, ਇਹ ਭਵਜਲ ਸਾਗਰ ਹੈ, ਇਹ ਜਨਮ ਮਰਨ ਦਾ ਉਹ ਮਹਾ ਸਮੁੰਦਰ ਹੈ ਜਿਹਦੇ ਵਿੱਚ ਲੱਖਾਂ ਹੀ ਲੋਕ ਜਨਮ ਲੈ ਰਹੇ ਨੇ, ਲੱਖਾਂ ਦੀ ਮੌਤ ਹੋ ਰਹੀ ਹੈ। ਪਰ ਸਤਿਗੁਰ ਜੀ ਇਸ ਸਰਵਰ ਨੂੰ ਵਡਿਆਈ ਦੇ ਰਹੇ ਨੇ
ਤੇ ਵਡਿਆਈ ਦੇ ਕੇ ਇਸ ਸਰਵਰ ਨੂੰ, ਸੰਸਾਰ ਨੂੰ, ਸੰਸਾਰ ਰੂਪੀ ਸਮੁੰਦਰ ਨੂੰ, ਆਪਾਂ ਸ਼ਬਦ ਵਰਤਦੇ ਸੰਸਾਰ ਰੂਪੀ ਸਮੁੰਦਰ, ਤੇ ਇਸ ਸੰਸਾਰ ਸਮੁੰਦਰ ਸਰਵਰ ਨੂੰ ਅੱਜ ਸਤਿਗੁਰ ਜੀ ਵਡਿਆਈ ਦੇ ਕੇ ਕੀ ਕਹਿੰਦੇ ਨੇ? ਤਿਤ ਸਰਵਰੜੈ, ਰਾੜਾ ਸ਼ਬਦ ਲਾਤ। ਕਿਉਂ? ਕਹਿੰਦੇ ਸੰਸਾਰ ਦੇ ਲੋਕੋ ਇਹੀ ਇੱਕ ਸਰੋਵਰ ਹੈ, ਇਹੀ ਇੱਕ ਪਲੇਸ, ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੋਂ ਜੀਵਾਂ ਦਾ ਉਧਾਰ ਹੋਣਾ। ਇਸ ਸੰਸਾਰ ਦੇ ਵਿੱਚੋਂ ਹੀ ਮੁਕਤੀ ਮਿਲੇਗੀ, ਸੰਸਾਰ ਵਿੱਚ ਹੀ ਜਨਮ ਮਰਨ ਮਿਲੇਗਾ। ਸੰਸਾਰ ਤੋਂ ਬਗੈਰ, ਇਸ ਸਰੋਵਰ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ। ਜਿੱਥੇ ਆਪਾਂ ਜਨਮ ਲੈ ਕੇ ਜੀਵਨ ਬਸ਼ਰ ਕਰ ਰਹੇ ਹਾਂ, ਇਹ ਸੰਸਾਰ ਸਮੁੰਦਰ ਵਿੱਚ ਆ ਕੇ ਹੀ ਮੁਕਤੀ ਮਿਲੇਗੀ। ਇਸ ਸਰਵਰ ਤੋਂ ਬਗੈਰ ਕਿਸੇ ਦੀ ਮੁਕਤੀ ਨਹੀਂ ਹੈ। ਇੱਕ ਪੰਕਤੀ ਤੁਹਾਡੀ ਰਸਨਾ ਉੱਤੇ ਵਸੀ ਹੋਈ ਬੜੀ ਪਿਆਰੀ। ਉੱਥੇ ਮਹਾਰਾਜ ਜੀ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ। ਗੁਰੂ ਦੀ ਸੇਵਾ ਕੀਤੀ, ਭਗਤੀ ਕੀਤੀ, ਕਮਾਈ ਕੀਤੀ ਤੇ ਕੀ ਮਿਲਿਆ? ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਫਿਰ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਟ ਮੀਨਸ ਦੇਵਤੇ ਵੀ ਜਿਹੜੇ ਉਹ ਮੁਕਤ ਨਹੀਂ ਹੋਏ, ਉਹ ਸਿਮਰਨ ਕਰ ਰਹੇ ਨੇ, ਯਾਦ ਕਰ ਰਹੇ ਨੇ, ਮੰਗ ਰਹੇ ਨੇ ਕਿ ਐ ਰੱਬ ਜੀ ਇੱਕ ਵਾਰ ਮਾਤ ਲੋਕ ਸਰੋਵਰ ਵਿੱਚ ਮਾਨਸ ਦੇਹੀ ਦੇ ਕੇ ਭੇਜ, ਅਸੀਂ ਭਗਤੀ ਕਰਕੇ ਮੁਕਤ ਹੋ ਜਾਈਏ। ਜੇ ਉਹਨੇ ਭਗਤੀ ਕਰਕੇ ਮੁਕਤ ਹੋਣ ਦੀ ਹੁਣ ਇੱਛਾ ਹੈ ਤੇ ਸਭ ਪਹਿਲਾਂ ਪੰਕਤੀ ਵਰਤ ਚੁੱਕੇ ਨੇ ਗੁਰ ਸੇਵਾ ਤੇ ਭਗਤ ਕਮਾਈ। ਉਹਨਾਂ ਭਗਤੀ ਕੀਤੀ ਹੈ ਤੇ ਫਿਰ ਮਾਨਸ ਦੇਹੀ ਮਿਲੀ। ਤੇ ਜਿਹੜੇ ਦੇਵਤੇ ਨੇ ਉਹ ਤਾਂ ਮਾਨਸ ਦੇਹੀ ਤੋਂ ਅੱਗੇ ਲੰਘੇ ਹੋਏ ਨੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ। ਹੁਣ ਦੇਵਤੇ ਤਾਂ ਮਾਨਸ ਤੇ ਤੋਂ ਅੱਗੇ ਚਲੇ ਗਏ। ਜਿਨ ਮਾਨਸ ਤੇ ਦੇਵਤੇ ਕੀਏ, ਕਰਤਨ ਲਾਗੀ ਵਾਰ। ਫਿਰ ਉਹ ਦੇਵਤੇ ਦੇਹੀ ਹੁਣ ਕਿਉਂ ਮੰਗ ਰਹੇ ਨੇ? ਪਤਾ ਕਿਉਂ? ਭਗਤੀ ਕਰਕੇ ਉਹਨਾਂ ਨੂੰ ਮਾਨਸ ਦੇਹੀ ਮਿਲੀ। ਮਾਨਸ ਦੇਹੀ ਵਿੱਚ ਭਗਤੀ ਕੀਤੀ, ਕਮਾਈ ਕੀਤੀ, ਤੇ ਜਦੋਂ ਕੋਈ ਕਮਾਈ ਕਰੇ, ਭਗਤੀ ਕਰੇ, ਉਦੋਂ ਰੱਬ ਉਹਦੀ ਇੱਛਾ ਪੁੱਛਦਾ, ਦੱਸ ਤੈਨੂੰ ਕੀ ਚਾਹੀਦਾ? ਤੁਸੀਂ ਭਗਤੀ ਕਮਾਈ ਸਿਮਰਨ ਕਰਕੇ ਵੇਖੋ। ਜਿਹੜੀ ਪੰਕਤੀ ਸਾਹਿਬ ਨੇ ਕਹੀ, ਜੋ ਮੰਗੈ ਠਾਕੁਰ ਆਪਣੇ ਤੇ, ਇਹ ਪ੍ਰਤੱਖ ਰੂਪ ਵਿੱਚ ਵਾਪਰਦਾ। ਤੂੰ ਜੋ ਮਨ ਵਿੱਚ ਫੁਰਨਾ ਲਿਆਵੇਂ ਉਹ ਪੂਰਾ ਹੋਣਾ। ਜੋ ਤੇਰੀ ਇੱਛਾ ਹੈ ਉਹ ਸੰਪੂਰਨ ਹੋਏਗੀ। ਕਿਉਂ? ਭਗਤੀ ਦੀ ਵਡਿਆਈ ਇੰਨੀ ਆ। ਦੇਵਤਿਆਂ ਨੇ ਇੱਕ ਵਾਰ ਭਗਤੀ ਕੀਤੀ, ਕਮਾਈ ਕੀਤੀ, ਉਹ ਦੇਵ ਰੂਹਾਂ ਬਣ ਗਏ, ਪ੍ਰਵਾਨ ਹੋ ਗਏ। ਪਰ ਉਹਨਾਂ ਤੋਂ ਰੱਬ ਪੁੱਛਦਾ, ਦੱਸੋ ਕੀ ਚਾਹੀਦਾ? ਉਹ ਕਹਿੰਦੇ ਸਵਰਗ ਚਾਹੀਦਾ। ਭਗਤੀ ਕਮਾਈ ਕਰਕੇ ਮੰਗ ਕੀ ਲਿਆ? ਸਵਰਗ। ਭਗਤੀ ਕਮਾਈ ਕਰਕੇ ਮੰਗ ਕੀ ਲਿਆ? ਅਫਸਰ। ਭਗਤੀ ਕਮਾਈ ਕਰਕੇ ਉਹਨੇ ਸਵਰਗ ਦੇ ਸੁੱਖ ਮੰਗ ਲਏ। ਹੁਣ ਸਵਰਗ ਦੇ ਸੁੱਖਾਂ ਵਿੱਚ ਉਲਝੇ ਹੋਏ ਨੇ, ਪਰ ਸਵਰਗ ਦੇ ਸੁੱਖਾਂ ਵਿੱਚ ਸ਼ਾਂਤੀ ਨਹੀਂ। ਕਿਉਂਕਿ ਹਰ ਸੁੱਖ ਤੋਂ ਬਾਅਦ ਦੁੱਖ ਆਉਂਦਾ ਹੈ। ਹਰ ਸੁਖੀ ਬੰਦੇ ਨੂੰ ਦੁੱਖ ਆਉਣ ਦੀ ਚਿੰਤਾ ਸਤਾਉਂਦੀ ਹੈ। ਇਹ ਸੱਚ ਹੈ। ਉਹ ਭਗਤੀ ਕਰਕੇ ਨਾਮ ਰਸ ਵਡਿਆਈ ਤੋਂ ਬਾਅਦ ਉਹਨੀ ਜਦੋਂ ਸਵਰਗ ਦਾ ਸੁੱਖ ਮੰਗ ਲਿਆ, ਹੁਣ ਸੁੱਖ ਵਿੱਚ ਦੁੱਖ ਭੋਗ ਰਹੇ ਨੇ, ਮੁਕਤੀ ਨਹੀਂ ਹੈ। ਹੁਣ ਉਹ ਦੇਵ ਰੂਹਾਂ ਫਿਰ ਮੰਗ ਰਹੇ ਨੇ ਰੱਬ ਤੋਂ ਕਿ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਅਕਾਲ ਪੁਰਖ ਰੱਬ ਜੀ, ਅਸੀਂ ਭਗਤੀ ਕਮਾਈ ਕੀਤੀ ਪਰ ਮੰਗ ਸਵਰਗ ਲਿਆ। ਅਸੀਂ ਭਗਤੀ ਕਮਾਈ ਕੀਤੀ, ਮੰਗ ਸੁੱਖ ਲਏ। ਹੁਣ ਸਾਨੂੰ ਸੁੱਖ ਨਹੀਂ ਚਾਹੀਦੇ। ਹੁਣ ਮੁਕਤੀ ਵਾਸਤੇ ਸਾਨੂੰ ਸਰੀਰ ਦਿਓ, ਮੁਕਤੀ ਵਾਸਤੇ ਸਾਨੂੰ ਮਾਤ ਲੋਕ ਵਿੱਚ ਭੇਜੋ। ਹੁਣ ਉਹ ਦੇਵ ਰੂਹਾਂ ਧਰਤੀ ਉੱਤੇ ਆਉਣ ਲਈ ਮੰਗ ਕਰ ਰਹੀਆਂ, ਤੜਫ ਰਹੀਆਂ। ਤਾਂ ਸਤਿਗੁਰ ਜੀ ਸਮਝਾਉਂਦੇ, ਭਲਿਆ ਇਹ ਸੰਸਾਰ ਸਰਵਰ ਵਿੱਚ ਹੀ ਤੇਰੀ ਮੁਕਤੀ ਹੈ। ਇਸ ਧਰਤੀ ਤੇ ਆਉਣ ਤੋਂ ਬਗੈਰ ਤੇਰੀ ਮੁਕਤੀ ਨਹੀਂ ਹੋਣੀ। ਇੱਕ ਐਗਜ਼ਾਮਪਲ ਸਮਝਿਓ, ਗੱਲ ਪਕੜ ਵਿੱਚ ਆ ਜਾਣੀ। ਕਿਸੇ ਵੀ ਸਾਗਰ ਵਿੱਚ, ਕਿਸੇ ਦਰਿਆ ਵਿੱਚ, ਕਿਸੇ ਸਮੁੰਦਰ ਤੋਂ ਕਿਸੇ ਨੇ ਪਾਰ ਲੰਘਣਾ ਹੋਵੇ, ਕੋਈ ਦਰਿਆ ਤੋਂ ਪਾਰ ਲੰਘਣਾ ਚਾਹੁੰਦਾ ਹੈ ਤੇ ਦਰਿਆ ਦੇ ਕੰਢੇ ਕੋਈ ਮਲਾਹ ਬੈਠਾ ਹੈ, ਉਹਨੇ ਆਪਣੀ ਬੇੜੀ ਦਾ ਭਾੜਾ ਲੈਂਦਾ ਤੇ ਪਾਰ ਲੰਘਾਉਂਦਾ ਹੈ। ਪਰ ਖਿਆਲ ਕਰਿਓ, ਜੇ ਦਰਿਆ ਵਿੱਚ ਪਾਣੀ ਹੋਵੇ
ਤੇ ਜਿਹੜਾ ਮਲਾਹ ਆ ਉਹ ਬੇੜੀ ਵਿੱਚ ਸਵਾਰੀਆਂ ਨੂੰ ਬਿਠਾ ਕੇ ਪਾਰ ਲੰਘਾਉਂਦਾ ਹੈ। ਜੇ ਬੇੜੀ ਦਰਿਆ ਵਿੱਚ ਤਰ ਕੇ ਪਾਰ ਲੰਘਦੀ ਹੈ, ਮਾਫ ਕਰਿਓ, ਉਹ ਪਾਣੀ ਤੋਂ ਬਗੈਰ ਪਾਰ ਨਹੀਂ ਲੰਘ ਸਕਦੀ। ਪਾਣੀ ਦੇ ਸਹਿਯੋਗ ਕਰਕੇ ਉਹ ਪਾਰ ਲੰਘੀ ਹੈ। ਜੇ ਦਰਿਆ ਵਿੱਚ ਪਾਣੀ ਨਾ ਹੋਵੇ ਤੇ ਰੇਤੇ ਵਿੱਚ ਮਲਾਹ ਬੇੜੀ ਨਹੀਂ ਚਲਾ ਸਕਦਾ। ਬੇੜੀ ਪਾਰ ਲੰਘਦੀ ਹੈ ਤੇ ਪਾਣੀ ਕਰਕੇ, ਔਰ ਜਿੱਦਣ ਬੇੜੀ ਡੁੱਬਦੀ ਹੈ ਉਦਣ ਵੀ ਪਾਣੀ ਕਰਕੇ ਡੁੱਬਦੀ ਹੈ। ਰੇਤੇ ਵਿੱਚ ਕਿਸੇ ਦੀ ਬੇੜੀ ਨਹੀਂ ਡੁੱਬਦੀ। ਸਾਹਿਬ ਕਹਿੰਦੇ ਪਾਰ ਲੰਘੇਗਾ ਤਾਂ ਵੀ ਸੰਸਾਰ ਵਿੱਚ ਆ ਕੇ, ਜਿੱਦਣ ਜਨਮ ਮਰਨ ਵਿੱਚ ਡੁੱਬੇਗਾ ਤਾਂ ਵੀ ਸੰਸਾਰ ਵਿੱਚ ਆ ਕੇ। ਇਸ ਲਈ ਇਹ ਸੰਸਾਰ ਇੱਕ ਸਰਵੜਾ ਕਿਉਂ ਹੈ? ਇਹ ਸੁਭਾਗਾ ਸੰਸਾਰ ਕਿਉਂ ਹੈ? ਇਸ ਵਿੱਚ ਆ ਕੇ ਤੈਨੂੰ ਮੁਕਤੀ ਦਾ ਅਵਸਰ ਮਿਲਿਆ। ਤੇ ਸਾਹਿਬ ਜੀ ਇਸ ਜਗਤ ਨੂੰ ਫਿਰ ਕਹਿਣਗੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਆ ਸੰਸਾਰ ਜਗ ਉਸ ਸੱਚੇ ਰੱਬ ਦੀ ਕੋਠੜੀ ਹੈ। ਰੱਬ ਇਹਦੇ ਵਿੱਚ ਵਸਦਾ, ਇਹਦੇ ਵਿੱਚ ਆਉਣ ਵਾਲਿਆ ਤੂੰ ਪਾਰ ਲੰਘ ਸਕਦਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਸੰਸਾਰ ਤਾਂ ਸੀ ਸੁੰਦਰ ਸਰਵਰ, ਜਿਹਦੇ ਵਿੱਚ ਜਨਮ ਲੈ ਕੇ ਜੀਵ ਨੇ ਪਾਰ ਲੰਘਣਾ ਸੀ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਖੁਦ ਅੱਖਾਂ ਨਾਲ ਵੇਖ ਰਿਹਾ ਇਹ ਗੱਲ। ਮਹਾਰਾਜ ਕੀ ਵੇਖ ਰਹੇ ਹੋ? ਕਹਿੰਦੇ ਵੇਖਦਿਆਂ ਵੇਖਦਿਆਂ ਇਹ ਸੰਸਾਰ ਸਮੁੰਦਰ ਦੀ ਇੱਕ ਜਿੱਲ ਵਾਲਾ ਹਿੱਸਾ ਆ, ਉਹਦੇ ਵਿੱਚ ਸੰਸਾਰ ਦੇ ਲੋਕ ਫਸ ਰਹੇ ਨੇ, ਇੱਕ ਇੱਕ ਕਰਕੇ ਡੁੱਬਦੇ ਜਾ ਰਹੇ ਨੇ। ਅੱਖਾਂ ਨਾਲ ਵੇਖਦਿਆਂ ਇੱਕ ਨਹੀਂ ਅਨੇਕਾਂ ਇਸ ਸਾਗਰ ਵਿੱਚ ਡੁੱਬ ਗਏ, ਪਾਰ ਨਹੀਂ ਲੰਘ ਸਕੇ। ਅੱਜ ਗੁਰੂ ਨਾਨਕ ਸਾਹਿਬ ਸਮਝਾਉਂਦੇ ਸੰਸਾਰ ਦਾ ਕੋਈ ਦੋਸ਼ ਨਹੀਂ ਹੈ, ਸੰਸਾਰ ਦਾ ਕੋਈ ਦੋਸ਼ ਨਹੀਂ ਹੈ। ਦੋਸ਼ ਸੰਸਾਰ ਵਿੱਚ ਵਰਤਣ ਵਾਲਿਆ ਤੇਰਾ। ਜਿੰਨੇ ਹੁਣ ਸਾਡੀ ਪੜ੍ਹੀ ਲਿਖੀ ਜਨਰੇਸ਼ਨ, ਨਿਊ ਜਨਰੇਸ਼ਨ ਆ ਰਹੀ ਹੈ, ਇੱਕ ਦਿਨ ਬਹੁਤ ਵੱਡੀ ਗੱਲ ਇੱਕ ਵੱਡੇ ਚੈਨਲ ਤੇ ਚੱਲ ਰਹੀ ਸੀ। ਉਹ ਕਹਿੰਦੇ ਸੰਸਾਰ ਵਿੱਚ ਜਿੰਨਾ ਅਪਰਾਧ ਹੋ ਰਿਹਾ ਹੈ, ਕ੍ਰਾਈਮ ਹੋ ਰਿਹਾ ਹੈ, ਕੀ ਜਿਹੜਾ ਔਰਤਾਂ ਦੇ ਨਾਲ ਵਧੀਕੀ ਵਾਲਾ ਕ੍ਰਾਈਮ ਹੈ, ਉਹਦੇ ਵਿੱਚ ਕੋਈ ਰੋਲ ਸਾਡੇ ਪਹਿਰਾਵੇ ਦਾ ਹੈ? ਤੇ ਉਹ ਬੰਦਾ ਆਪਣੀ ਦਲੀਲ ਦੇ ਰਿਹਾ ਸੀ ਕਿ ਪਹਿਰਾਵਾ ਸਹੀ ਹੋਣਾ ਚਾਹੀਦਾ ਹੈ। ਤੇ ਇਹ ਸੱਚ ਹੈ, ਜਿਹੜਾ ਸੰਸਾਰ ਵਿੱਚ ਔਰਤਾਂ ਦੇ ਵਧੀਕੀ ਵਾਲਾ ਕ੍ਰਾਈਮ ਚੱਲ ਰਿਹਾ ਹੈ ਉਹ ਰੁਕ ਜਾਏਗਾ। ਪਰ ਇੱਕ ਬੱਚੀ ਬਹੁਤ ਇੰਟੈਲੀਜੈਂਟ ਸੀ, ਉਹਨੇ ਉਹਦਾ ਆਨਸਰ ਉਸੇ ਵਕਤ ਉਹ ਆਨਲਾਈਨ ਫੋਨ ਤੇ ਦੇ ਰਹੀ ਸੀ। ਉਹ ਕਹਿੰਦੀ ਜਿਹੜਾ ਤੁਸੀਂ ਪ੍ਰੋਫੈਸਰ ਬਿਠਾਇਆ ਹੋਇਆ ਇਹ ਗਲਤ ਬੋਲ ਰਿਹਾ ਹੈ। ਇਹ ਗੱਲ ਨਹੀਂ ਹੈ ਕਿ ਕਿਸੇ ਪਹਿਰਾਵੇ ਕਰਕੇ ਦੁਨੀਆ ਵਿੱਚ ਔਰਤਾਂ ਨਾਲ ਵਧੀਕੀ ਦਾ ਜਿਹੜਾ ਕ੍ਰਾਈਮ ਹੈ ਉਹ ਹੋ ਰਿਹਾ ਹੈ। ਲੋਕਾਂ ਨੂੰ ਆਪਣੀ ਸੋਚ ਬਦਲਣੀ ਪਏਗੀ। ਜਿੰਨੀ ਦੇਰ ਸੋਚ ਨਹੀਂ ਬਦਲੋਗੇ ਉਨੀ ਦੇਰ ਪਹਿਰਾਵਾ ਬਦਲਣ ਨਾਲ ਕੁਝ ਨਹੀਂ ਹੋਏਗਾ। ਹੁਣ ਉਹਨੇ ਬਾਦਲੀਲ ਗੱਲ ਕੀਤੀ, ਉਹਨੇ ਕਈ ਯੁੱਗ ਪਿੱਛੇ ਲਿਆ ਕੇ ਗੱਲ ਕੀਤੀ। ਉਹ ਕਹਿੰਦੀ ਦੱਸੋ ਜਿਹੜੀ ਦ੍ਰੋਪਦੀ ਨਾਲ ਵਧੀਕੀ ਹੋਈ ਉਦੋਂ ਉਹਦਾ ਪਹਿਰਾਵਾ ਕੋਈ ਗਲਤ ਪਹਿਰਾਵਾ ਸੀ? ਤੁਸੀਂ ਪਹਿਰਾਵੇ ਤੇ ਕਟਾਕਸ਼ ਨਾ ਕਰੋ, ਪਹਿਲਾਂ ਮਨੁੱਖ ਨੂੰ ਆਪਣੀ ਸੋਚ ਤਬਦੀਲ ਕਰਨੀ ਪਏਗੀ। ਜਿੱਦਣ ਸੋਚ ਬਦਲ ਗਈ ਉਦਣ ਸੰਸਾਰ ਦੇ ਪਹਿਰਾਵੇ ਦੀ ਗੱਲ ਨਹੀਂ ਰਹੇਗੀ। ਇਹ ਨਿਊ ਜਨਰੇਸ਼ਨ ਦੀ ਅੱਜ ਦੀ ਸੋਚ ਹੈ। ਔਰ ਸਤਿਗੁਰ ਦੀ ਇਸ ਮਾਫ ਕਰਿਓ ਲੋਕ ਸਿਰਫ ਇੱਥੋਂ ਤੱਕ ਸੀਮਤ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨੂੰ ਅਧਿਆਤਮ ਵਿੱਚ ਲਿਆ ਕੇ ਗੱਲ ਕੀਤੀ। ਦੁਨੀਆ ਦੇ ਲੋਕੋ ਦੋਸ਼ ਸੰਸਾਰ ਦਾ ਨਹੀਂ ਹੈ, ਦੋਸ਼ ਤੁਹਾਡਾ ਸੰਸਾਰ ਵਿੱਚ ਵਿਚਰਨ ਦਾ ਤਰੀਕਾ ਗਲਤ ਹੈ। ਗੁਰੂ ਦੀ ਮੱਤ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ, ਲਾਈਫ ਸਟਾਈਲ ਸਿਖਾਉਂਦੀ ਹੈ। ਉਹ ਬੰਦਿਆ ਤੂੰ ਜਿਉਣਾ ਕਿਵੇਂ ਹੈ? ਤੈਨੂੰ ਸੰਸਾਰ ਦੇ ਤੂੰ ਕਿਸੇ ਨੂੰ ਦੋਸ਼ ਦੇ ਰਿਹਾ ਹੈ ਕਿ ਫਲਾਨਾ ਠੀਕ ਨਹੀਂ, ਜੇ ਮਾਹੌਲ ਠੀਕ ਹੋਵੇ ਜੀ ਫਿਰ ਇਸ ਤਰ੍ਹਾਂ ਨਹੀਂ ਹੋ ਸਕਦਾ, ਆਹ ਕੁਝ ਠੀਕ ਹੋਵੇ ਇਸ ਤਰ੍ਹਾਂ ਹੋ ਸਕਦਾ ਹੈ। ਦੋਸ਼ ਦੇਣ ਵਾਲਿਆ ਜਿੱਦਣ ਤੇਰੀ ਸੋਚ ਬਦਲ ਗਈ ਉਦਣ ਆਪਣੇ ਆਪ ਸ੍ਰਿਸ਼ਟੀ ਬਦਲ ਜਾਏਗੀ। ਸ੍ਰਿਸ਼ਟੀ ਸੋਚ ਉੱਤੇ ਖਲੋਤੀ ਹੈ। ਯੁੱਗ ਪਲਟਦੇ ਨੇ, ਸੂਰਜ ਨਹੀਂ ਬਦਲਦਾ। ਯੁੱਗ ਪਲਟਦੇ ਨੇ, ਚੰਦਰਮਾ ਨਹੀਂ ਬਦਲਦਾ। ਯੁੱਗ ਪਲਟਦੇ ਨੇ, ਧਰਤੀ ਨਹੀਂ ਬਦਲਦੀ। ਧਰਤੀ ਸੂਰਜ ਚੰਦਰਮਾ ਉਹੀਓ ਰਹਿੰਦਾ। ਲੋਕਾਂ ਦੀ ਸੋਚ ਬਦਲ ਜਾਂਦੀ ਹੈ, ਯੁੱਗ ਤਬਦੀਲ ਹੋ ਜਾਂਦੇ ਨੇ। ਲੋਕਾਂ ਦੀ ਸੋਚ ਬਦਲਦੀ ਹੈ, ਸਦੀ ਤਬਦੀਲ ਹੋ ਜਾਂਦੀ ਹੈ। ਸਾਹਿਬ ਕਹਿੰਦੇ ਨੇ ਭਲਿਆ ਸੋਚ ਬਦਲ। ਇਹ ਸੰਸਾਰ ਜਨਮ ਮਰਨ ਜਿਹਦੇ ਵਿੱਚ ਤੂੰ ਆਇਆ ਹੋਇਆ ਦੋਸ਼ ਨਾ ਦੇ।
ਕਿ ਜੀ ਸੰਸਾਰ ਵਿੱਚ ਰੱਬ ਦਾ ਲਿਖਿਆ ਭੋਗ ਰਹੇ ਆ, ਹੁਣ ਕਰੀਏ ਕੀ, ਹੈ ਉਹਦੇ ਹੁਕਮ ਵਿੱਚ। ਪਰ ਦੋਸ਼ ਇਹ ਗੱਲ ਦੇ ਕੇ ਤੂੰ ਗੁਨਾਹ ਅਪਰਾਧ ਪਾਪ ਕਰੀ ਜਾਏ ਕਿ ਉਹਦੇ ਹੁਕਮ ਵਿੱਚ ਹੈ। ਨਹੀਂ ਉਹ ਭਲਿਆ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹਦੇ ਵਿੱਚ ਰੱਬ ਵੀ ਵਸਦਾ। ਉਹ ਵੱਖਰੀ ਗੱਲ, ਤੈਨੂੰ ਕੱਲਾ ਜੱਗ ਦਿਸਦਾ, ਰੱਬ ਨਹੀਂ ਦਿਸਦਾ। ਗੁਰੂ ਦੀ ਮੱਤ ਗ੍ਰਹਿਣ ਕਰੇਗਾ, ਜੱਗ ਵਿੱਚੋਂ ਰੱਬ ਦਿਸ ਜਾਏਗਾ। ਤੈਨੂੰ ਸੰਸਾਰ ਵਿੱਚੋਂ ਵਿਕਾਰ ਦਿਸ ਰਹੇ ਨੇ, ਸੰਸਾਰ ਵਿੱਚੋਂ ਨਿਰੰਕਾਰ ਨਹੀਂ ਦਿਸਦਾ। ਜਿੱਦਣ ਗੁਰੂ ਦੀ ਮੱਤ ਗ੍ਰਹਿਣ ਕਰੇਗਾ, ਸੋਚ ਬਦਲੇਗੀ, ਤੈਨੂੰ ਵਿਕਾਰ ਨਜ਼ਰ ਨਹੀਂ ਆਉਣਗੇ, ਸੰਸਾਰ ਵਿੱਚੋਂ ਨਿਰੰਕਾਰ ਨਜ਼ਰ ਆਏਗਾ। ਸਭ ਕਹਿੰਦੇ ਨੇ ਸੋਚ ਬਦਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਡੀ ਸੋਚ ਨੂੰ ਤਬਦੀਲ ਕੀਤਾ। ਮਾਫ ਕਰਿਓ, ਇਸ ਗੱਲ ਦੀ ਵੀ ਖੁੱਲ ਨਹੀਂ ਹੈ। ਸਾਹਿਬ ਨੇ ਜਿੱਦਣ ਸੋਚ ਬਦਲੀ, ਉਦਣ ਹਰ ਇੱਕ ਚੀਜ਼ ਵੀ ਬਦਲਣ ਵਾਸਤੇ ਸਿੱਖ ਨੂੰ ਇਹ ਮੱਤ ਦਿੱਤੀ, ਤੇਰੀ ਸੋਚ ਬਦਲ ਜਾਏ ਤੇਰਾ ਖਾਣਾ ਬਦਲ ਜਾਏਗਾ, ਤੇਰੀ ਸੋਚ ਬਦਲ ਜਾਏ ਤੇਰਾ ਪਹਿਰਾਵਾ ਬਦਲ ਜਾਏਗਾ, ਤੇਰੀ ਸੋਚ ਬਦਲ ਜਾਏ ਤੇਰਾ ਵਿਵਹਾਰ ਬਦਲ ਜਾਏਗਾ। ਤੇ ਸਾਹਿਬ ਕਹਿੰਦੇ ਬਦਲਾਅ ਹੀ ਭਗਤੀ ਹੈ। ਭਗਤੀ ਦਾ ਹੋਰ ਕੋਈ ਅਰਥ ਨਹੀਂ। ਤੁਹਾਡੇ ਜੀਵਨ ਵਿੱਚ ਬਦਲਾਅ ਨਹੀਂ ਆ ਰਿਹਾ, ਭਗਤੀ ਦਾ ਕੋਈ ਲਾਭ ਨਹੀਂ ਹੈ। ਰੋਜ਼ ਦੇ ਨਿਤਨੇਮ ਦਾ ਇੱਕੋ ਹੀ ਏਮ ਹੈ, ਤੇਰੇ ਜੀਵਨ ਵਿੱਚ ਬਦਲਾਅ ਆਵੇ। ਜਿਹੜਾ ਤੈਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕ੍ਰੋਧ ਆਉਂਦਾ ਹੈ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨੇਮ ਕਰ, ਤੇਰੇ ਜੀਵਨ ਵਿੱਚ ਕ੍ਰੋਧ ਘਟ ਜਾਏ। ਜੇ ਕ੍ਰੋਧ ਨਹੀਂ ਘਟਿਆ ਤੇ ਨਿਤਨੇਮ ਦਾ ਤੈਨੂੰ ਲਾਭ ਨਹੀਂ ਹੋਇਆ। ਬਾਣੀ ਇਸ ਲਈ ਪੜ੍ਹਨੀ ਤੇਰੇ ਜੀਵਨ ਵਿੱਚ ਬਦਲਾਅ ਆ ਜਾਏ। ਸਾਹਿਬ ਦਾ ਇੱਕ ਬਚਨ ਪੜਿਓ, ਕਹਿੰਦੇ ਭਗਤੀ ਕੀ ਹੈ, ਤੇਰਾ ਆਚਾਰ ਬਦਲ ਜਾਏ, ਤੇਰਾ ਵਿਵਹਾਰ ਬਦਲ ਜਾਏ, ਤੇਰੀ ਸੋਚ ਬਦਲ ਜਾਏ। ਸੋਚ ਬਦਲਨੇ ਅਨਸਾਰ ਵਿਵਹਾਰ ਬਦਲਨੇ, ਇਹ ਤੋਂ ਪਹਿਲਾਂ ਵਿਵਹਾਰ ਨਹੀਂ ਬਦਲ ਸਕਦਾ। ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹ ਮੰਤਰ ਕਮਾਵੇ ਨਾਨਕ, ਸੋ ਭਵਜਲ ਪਾਰ ਉਤਾਰੀ। ਉਹ ਇਸ ਸਰਵੜੇ ਤੋਂ ਪਾਰ ਲੰਘ ਜਾਏਗਾ ਜਿਹਨੇ ਇਹ ਮੰਤਰ ਕਮਾ ਲਿਆ। ਕਿਹੜਾ? ਆਪਣਾ ਵਿਵਹਾਰ ਸਹੀ ਕਰ ਲਿਆ, ਆਚਾਰ ਸਹੀ ਕਰ ਲਿਆ। ਔਰ ਕਿਵੇਂ ਹੋਏਗਾ? ਸਾਹਿਬ ਕਹਿੰਦੇ ਨੇ ਗੁਰੂ ਦੀ ਮੱਤ ਗ੍ਰਹਿਣ ਕਰ, ਤੇਰੀ ਮੱਤ ਬਦਲ ਜਾਏਗੀ, ਤੇਰੀ ਸੋਚ ਬਦਲ ਜਾਏਗੀ। ਫਿਰ ਤੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿ ਆਹ ਖਾਵਾਂ ਕਿ ਨਾ ਖਾਵਾਂ। ਤੈਨੂੰ ਕਿਸੇ ਬੰਦੇ ਤੋਂ ਪੁੱਛਣ ਦੀ ਲੋੜ ਨਹੀਂ। ਬੰਦੇ ਤੋਂ ਪੁੱਛੋਗੇ, ਮਾਫ ਕਰਿਓ, ਇਨਸਾਨ ਅਧੂਰਾ ਹੈ। ਉਹਨੇ ਆਪਣੇ ਪੱਖ ਦੀ ਗੱਲ ਕਰਨੀ। ਜਿਹੜਾ ਕਰਮ ਮੈਂ ਖੁਦ ਕਰ ਰਿਹਾ ਹੋਵਾਂਗਾ, ਮਾਫ ਕਰਿਓ, ਉਹਦੇ ਪੱਖ 'ਚ ਮੈਂ 20 ਦਲੀਲਾਂ ਦੇ ਦਾਂਗਾ। ਜਿਹੜੀ ਗਲਤ ਚੀਜ਼ ਦਾ ਉਪਯੋਗ ਕੋਈ ਬੰਦਾ ਕਰ ਰਿਹਾ ਹੈ, ਉਹਦੇ ਕੋਲ ਦਲੀਲਾਂ ਬਾਅਦ ਦਲੀਲ 20 ਗੱਲਾਂ ਕਰ ਦੇਗਾ। ਬੰਦੇ ਦੀ ਸੋਚ ਅਧੂਰੀ ਹੋ ਸਕਦੀ ਹੈ। ਉਹ ਗੁਰੂ ਦੇ ਸਿੱਖਾ, ਗੁਰੂ ਕੋਲੋਂ ਪੁੱਛ। ਜਿੱਦਣ ਤੇਰੀ ਮੱਤ ਬਦਲ ਗਈ, ਗੁਰੂ ਦੀ ਮੱਤ ਗ੍ਰਹਿਣ ਕਰੇਗਾ, ਉਦਣ ਤੈਨੂੰ ਸਮਝ ਆ ਜਾਏਗੀ। ਗੁਰੂ ਕਹੇਗਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਤੈਨੂੰ ਡਾਕਟਰ ਦੀ ਗੱਲ ਸਮਝ ਆਉਂਦੀ ਹੈ ਕਿ ਹੁਣ ਸ਼ਰਾਬ ਨਹੀਂ ਪੀਣੀ, ਕੈਸਟਰੋਲ ਵੱਧਦੇ ਨੇ, ਹੁਣ ਮੈਂ ਨੌਨ ਵੈਜ ਨਹੀਂ ਖਾਣਾ, ਕੈਸਟਰੋਲ ਵੱਧ ਗਏ ਨੇ, ਅਟੈਕ ਆ ਜਾਏਗਾ। ਤੈਨੂੰ ਗੁਰੂ ਦੀ ਗੱਲ ਸਮਝ ਨਹੀਂ ਪੈਂਦੀ। ਗੁਰੂ ਦੀ ਮੱਤ ਗ੍ਰਹਿਣ ਕਰਨ ਵਾਲਿਆ ਸਮਝ ਆ ਜਾਏਗਾ ਕੀ ਖਾਣਾ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਤੋਂ ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਅੱਜ ਕਹਿੰਦੇ ਸੰਸਾਰ ਇੱਕ ਸੁੰਦਰ ਸਰਵਰ ਹੈ, ਇੱਥੋਂ ਪਾਰ ਲੰਘਣਾ ਬੜਾ ਸੌਖਾ ਹੈ। ਜਿਹੜਾ ਜਵਾਬ ਸਾਹਿਬ ਨੇ ਚਰਪੜ ਜੋਗੀ ਨੂੰ ਦਿੱਤਾ ਸੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਇੱਥੋਂ ਤਰਨਾ ਬੜਾ ਹੀ ਸੌਖਾ ਹੈ ਭਲਿਆ। ਇੱਕ ਜੁਗਤ ਗ੍ਰਹਿਣ ਕਰ। ਕਾਗਜ਼ ਦੀ ਤਾਕਤ ਨਹੀਂ ਕਿ ਪਾਣੀ ਦੇ ਸਾਹਮਣੇ ਜਿਉਂਦਾ ਰਹਿ ਜਾਏ, ਪਾਣੀ ਡੁੱਲ ਜਾਏ ਤੇ ਕਾਗਜ਼ ਗਲ ਜਾਂਦੇ ਨੇ। ਪਰ ਇਹ ਸੱਚ ਹੈ, ਉਸ ਕਾਗਜ਼ ਨੂੰ ਘਿਓ ਦਾ ਥਿੰਦਾ ਲੱਗ ਜਾਏ ਤੇ ਪਾਣੀ ਗਾਲ ਨਹੀਂ ਸਕਦਾ। ਕਿਤੇ ਤੇਰੇ ਮਨ ਨੂੰ ਗੁਰੂ ਦੇ ਸ਼ਬਦ ਦਾ ਥਿੰਦਾ ਲੱਗ ਜਾਏ, ਸਵੇਰੇ ਉੱਠਦਿਆਂ ਸਾਰ 2 ਘੜੀਆਂ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਦਿਨ ਦੁਨੀਆ ਦੇ ਵਿਕਾਰ ਤੈਨੂੰ ਗਾਲ ਨਹੀਂ ਸਕਣਗੇ। ਤੇਰੇ ਸਾਹਮਣੇ ਵਿਕਾਰ ਨਜ਼ਰ ਆਉਣਗੇ ਪਰ ਤੈਨੂੰ ਗਾਲ ਨਹੀਂ ਸਕਣਗੇ। ਕਿਉਂ? ਉਸ ਕਾਗਜ਼ ਦੀ ਤਰ੍ਹਾਂ ਤੇਰੇ ਮਨ ਨੂੰ ਗੁਰੂ ਦੇ ਸ਼ਬਦ ਦਾ ਥਿੰਦਾ ਲੱਗ ਗਿਆ। ਮਹਾਰਾਜ ਗਲਦੇ ਕੌਣ ਨੇ, ਡੁੱਬਦੇ ਕੌਣ ਨੇ? ਅੱਜ ਮੇਰੇ ਧੰਨ ਗੁਰੂ ਨਾਨਕ ਸਾਹਿਬ ਸਾਨੂੰ ਸੁਚੇਤ ਕਰ ਰਹੇ ਨੇ। ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਵੇਖਦਿਆਂ ਵੇਖਦਿਆਂ ਇੱਕ ਇੱਕ ਕਰਕੇ ਇਸ ਸੰਸਾਰ ਸੁੰਦਰ ਸਰੋਵਰ ਵਿੱਚ ਲੋਕ ਡੁੱਬ ਰਹੇ ਨੇ।
ਗਲ ਰਹੇ ਨੇ। ਦੁਨੀਆ ਦੇ ਲੋਕੋ ਜਨਮ ਮਰਨ ਵਿੱਚ ਫਸ ਰਹੇ ਹਨ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹਿ ਡੂਬਿਅਲੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਕਹਿੰਦੇ ਮੋਹ ਦੇ ਵਿੱਚ ਲੋਕ ਗਰਕ ਹੋਏ ਪਏ ਨੇ। ਹਾਏ ਮੇਰਾ ਬਣ ਜਾਏ, ਮੇਰੇ ਬੱਚੇ, ਮੇਰੀਆਂ ਧੀਆਂ, ਮੇਰਾ ਘਰ, ਮੇਰੀ ਜ਼ਮੀਨ, ਮੇਰੀ ਪ੍ਰਾਪਰਟੀ। ਕਦੇ ਕੁਝ ਸਾਲ ਪਿੱਛੇ ਝਾਤ ਮਾਰਿਓ, ਆਪਣਾ ਹੈ ਕੀ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੈਨੂੰ ਇੱਕ ਭਗਤੀ ਦਾ ਤਰੀਕਾ ਦੱਸਾਂ। ਪੁੱਛਿਆ ਸਤਿਗੁਰ ਜੀ ਕਿਰਪਾ ਕਰੋ। ਤਾਂ ਸਤਿਗੁਰੂ ਕਹਿੰਦੇ ਕਿਤੇ ਇਕੱਲਾ ਬਹਿ ਕੇ ਆਪਣਾ ਪਿਛੋਕੜ ਚੇਤੇ ਕਰ ਲਿਆ ਕਰ, ਤੈਨੂੰ ਭਗਤੀ ਕਰਨ ਦੀ ਜਾਚ ਆ ਜਾਏਗੀ। ਇਕੱਲਿਆਂ ਬਹਿ ਕੇ ਆਪਣੀ ਸੁਰਤੀ ਵਿੱਚ ਆਪਣੀ ਜ਼ਿੰਦਗੀ ਦੇ 30 ਸਾਲ 40 ਸਾਲ ਜਿੰਨੇ ਗੁਜ਼ਰੇ ਨੇ, ਆਪਣੇ ਧੁਰ ਤੋਂ ਪਿਛੋਕੜ ਚੇਤੇ ਕਰ, ਤੈਨੂੰ ਭਗਤੀ ਕਰਨ ਦਾ ਸਵਾਦ ਆ ਜਾਏਗਾ, ਤੈਨੂੰ ਨਾਮ ਜਪਣ ਦੀ ਜਾਚ ਆ ਜਾਏਗੀ। ਭਲਿਆ ਤੂੰ ਚੇਤੇ ਕਰ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਇਹ ਸ਼ਬਦ ਸੁਖਮਨੀ ਸਾਹਿਬ ਵਿੱਚ ਪਤਾ ਸ਼ੁਰੂ ਹੁੰਦਾ, ਜਿੱਥੇ ਸਾਹਿਬ ਕਹਿੰਦੇ ਰਾਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਸੀ, ਅੱਜ ਤੂੰ ਕੀ ਦਿਸ ਰਿਹਾ? ਕਦੇ ਤੂੰ ਇਸ ਸ਼ਹਿਰ ਵਿੱਚ 4 ਲੀੜੇ ਕੱਪੜੇ ਲੈ ਕੇ ਆਇਆ ਸੀ, ਅੱਜ ਕਾਰਾਂ ਕੋਠੀਆਂ ਦਾ ਮਾਲਕ ਬਣਿਆ ਬੈਠਾ। ਮੂਲ ਚੇਤੇ ਕਰ, ਤੈਨੂੰ ਰੱਬ ਦਾ ਨਾਮ ਚੇਤੇ ਆਏਗਾ। ਸਤਨਾਮ ਸ੍ਰੀ। ਤੈਨੂੰ ਝੋਰੇ ਨਹੀਂ ਚੰਬਣਗੇ ਕਿ ਹਾਏ ਆਹ ਪਲਾਟ ਨਹੀਂ ਮਿਲਿਆ, ਉਹਦਾ ਰੇਟ ਨਹੀਂ ਵਧਿਆ, ਚਿੰਤਾ ਮਿਟ ਜਾਏਗੀ। ਕਿਉਂ? ਤੇਰੇ ਕੋਲ ਪਹਿਲਾਂ ਹੈ ਕੀ ਸੀ। ਕਵਣ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਵਾਰ ਵਿਵਸਥਾ ਤੁਝੇ ਪਿਆਰੇ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਵਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਸਾਹਿਬ ਕਹਿੰਦੇ ਬੰਦਾ ਨਿਗੁਣਾ ਆ, ਰੱਬ ਦੇ ਗੁਣ ਨਹੀਂ ਚੇਤੇ ਕਰਦਾ। ਅੱਜ ਹਜ਼ੂਰ ਕਹਿੰਦੇ ਮੋਹ ਦੇ ਪੰਕਜ ਦੇ ਅੰਦਰ ਇੱਕ ਵੀ ਕਦਮ ਨਹੀਂ ਲੋਕਾਂ ਤੋਂ ਚੱਲਿਆ ਜਾ ਰਿਹਾ। ਮੋਹ ਦੇ ਚੱਕਰ ਵਿੱਚ ਲੋਕ ਤੁਰ ਨਹੀਂ ਰਹੇ, ਧਰਮ ਦੀ ਯਾਤਰਾ ਇੱਕ ਕਦਮ ਵੀ ਨਹੀਂ ਪੱਟ ਰਹੇ, ਮੁੜ ਘਿੜ ਕੇ ਆਪਣਿਆਂ ਤੇ ਆ ਕੇ ਰੁਕ ਜਾਂਦੇ ਨੇ। ਗੁਰੂ ਦੇ ਘਰ ਵਿੱਚ ਆਉਂਦੇ ਨੇ, ਇੱਕ ਕਦਮ ਵੀ ਰੱਬ ਵੱਲ ਨਹੀਂ ਤੁਰਦੇ, ਗੁਰੂ ਕੋਲ ਆ ਕੇ ਵੀ ਆਪਣਿਆਂ ਦਾ ਸੁੱਖ ਮੰਗ ਕੇ ਚਲੇ ਜਾਂਦੇ ਨੇ। ਗੁਰੂ ਕੋਲ ਆ ਕੇ ਵੀ ਆਪਣੇ ਪੁੱਤਾਂ ਧੀਆਂ ਦੀ ਸੁੱਖ ਮੰਗ ਕੇ ਮੁੜ ਜਾਂਦੇ। ਗੁਰੂ ਕੋਲ ਆ ਕੇ ਵੀ ਗੁਰੂ ਦਾ ਸਿੱਖ ਨਾਮ ਨਹੀਂ, ਆਪਣਿਆਂ ਦਾ ਸੁੱਖ ਮੰਗਣ ਆਉਂਦਾ। ਸਾਹਿਬ ਕਹਿੰਦੇ ਮੈਂ ਵੇਖ ਰਿਹਾ ਦੁਨੀਆ ਇਸ ਪੰਕਜ ਦੇ ਅੰਦਰ, ਇਸ ਚੱਕੜ ਦੇ ਅੰਦਰ ਚੱਲਿਆ ਨਹੀਂ ਜਾ ਰਿਹਾ, ਡੁੱਬ ਰਹੇ ਨੇ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੋਬਿਅਲੇ। ਸਾਹਿਬ ਕਹਿੰਦੇ ਮੈਂ ਵੇਖਿਆ ਕਿ ਇੱਕ ਇੱਕ ਕਰਕੇ ਲੋਕ ਡੁੱਬ ਰਹੇ ਨੇ। ਧਰਮੀ ਅਖਵਾਉਂਦੇ ਨੇ ਪਰ ਡੁੱਬ ਰਹੇ ਨੇ। ਕਿਉਂ? ਮੋਹ ਦੇ ਚੱਕਰ ਵਿੱਚ ਫਸ ਗਏ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਕਰਕੇ ਵਾਪਸ ਸ਼੍ਰੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਆਏ ਨਾ, ਤੇ ਹਰ ਰੋਜ਼ ਗੁਰੂ ਨਾਨਕ ਸਾਹਿਬ ਦੇ ਘਰ ਸੁਨੇਹਾ ਘੱਲ ਕੇ ਪੁੱਛਦਾ ਰਾਏ ਬੁਲਾਰ, ਮੈਂ ਤਾਂ ਕਲਿਆਣ ਦਾਸ ਦੇ ਘਰੋਂ ਪੁੱਛ ਕੇ ਆਓ ਗੁਰੂ ਨਾਨਕ ਆਏ ਨੇ ਕਿ ਨਹੀਂ ਆਏ। ਇੱਕ ਸ਼ਖਸ ਹੋਰ ਹੈ ਜਿਹੜਾ ਦੂਏ ਤੀਏ ਦਿਨ ਸੁਨੇਹਾ ਵੀ ਘੱਲਦਾ ਤੇ ਕਦੇ ਕਦਾਈ ਬਿਰਧ ਸਰੀਰ ਹੈ, ਡੰਡੇ ਦੇ ਆਸਰੇ ਗੁਰੂ ਨਾਨਕ ਦੇ ਘਰ ਤੱਕ ਵੀ ਚੱਲ ਕੇ ਆਉਂਦਾ, ਆ ਕੇ ਪੁੱਛਦਾ ਪਟਵਾਰੀ ਕਲਿਆਣ ਦਾਸ ਅਜੇ ਗੁਰੂ ਨਾਨਕ ਆਏ ਨਹੀਂ। ਉਹ ਪਤਾ ਕੌਣ ਹੈ? ਇਹ ਉਹ ਸ਼ਖਸ ਹੈ ਜਿਹਨੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੂੰ ਦੁਨਿਆਵੀ ਤੌਰ ਤੇ 5 ਦਿਨ ਆਪਣੀ ਪਾਠਸ਼ਾਲਾ ਵਿੱਚ ਪੜ੍ਹਾਇਆ, ਜਿਹਨੂੰ ਗੁਰੂ ਨਾਨਕ ਦਾ ਟੀਚਰ ਅਧਿਆਪਕ ਮਾਸਟਰ ਹੋਣ ਦਾ ਮਾਣ ਪ੍ਰਾਪਤ ਹੈ, ਪੰਡਤ ਹਰੀਦਿਆਲ। ਅੱਜ ਜਦੋਂ ਗੁਰੂ ਨਾਨਕ ਸਾਹਿਬ ਆ ਗਏ ਨਾ ਤੇ ਖਬਰ ਮਿਲ ਗਈ, ਪੰਡਤ ਹਰਦਿਆਲ ਆਪਣੇ ਘਰੋਂ ਚੱਲਿਆ, ਸਹਿਜੇ ਸਹਿਜੇ ਤੁਰ ਕੇ ਆ ਗੁਰੂ ਨਾਨਕ ਦੇ ਘਰ ਪਹੁੰਚਿਆ। ਆ ਕੇ ਇਹਨੇ ਦਰਵਾਜ਼ਾ ਖਟਖਟਾਇਆ ਤੇ ਗੁਰੂ ਨਾਨਕ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ। ਮਾਂ ਤ੍ਰਿਪਤਾ ਨੇ ਵੇਖਿਆ ਕਿ ਪੰਡਤ ਹਰਦਿਆਲ ਆਏ ਨੇ, ਅਦਬ ਸਤਕਾਰ ਨਾਲ ਹੱਥ ਜੋੜੇ, ਧੰਨ ਗੁਰੂ ਨਾਨਕ ਦੇ ਮਹਾਰਾਜ
ਵਿਹੜੇ ਵਿੱਚ ਚਾਰਪਾਈ ਦੇ ਉੱਤੇ ਮੰਜੀ ਦੇ ਉੱਤੇ ਬੇਰੀ ਦੇ ਦਰਖਤ ਥੱਲੇ ਲੇਟੇ ਪਏ ਨੇ। ਹਜ਼ੂਰ ਨੇ ਵੇਖਿਆ ਪੰਡਤ ਹਰਦਿਆਲ ਆ ਗਏ ਤੇ ਸਾਹਿਬ ਵੀ ਉੱਠ ਖਲੋਤੇ। ਪਤਾ ਕਿਉਂ? ਸਤਿਗੁਰੂ ਸਾਨੂੰ ਰਿਸ਼ਤੇ ਨਾਤਿਆਂ ਦੀ ਕਦਰ ਵੀ ਸਿਖਾਉਂਦੇ ਨੇ। ਭਲਿਆ ਭਾਵੇਂ ਤੈਨੂੰ ਕਿਸੇ ਟੀਚਰ ਨੇ 5 ਦਿਨ ਨਹੀਂ ਕੋਈ ਸਿਖਾਇਆ ਹੋਵੇ, ਆਪਣੇ ਮਨ ਅੰਦਰ ਅਦਬ ਸਤਿਕਾਰ ਰੱਖ। ਤੂੰ ਕਿੱਡੇ ਅਹੁਦੇ ਰੁਤਬੇ ਤੇ ਪਹੁੰਚ ਜਾਏ, ਤੈਨੂੰ ਅਦਬ ਤੇ ਸਤਿਕਾਰ ਕਰਨਾ ਗੁਰੂ ਸਿਖਾਉਂਦੇ ਨੇ। ਤੂੰ ਕਿਵੇਂ ਸਨਮਾਨ ਕਰਨਾ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਆਪਣੀ ਇੱਕ ਪੁਸਤਕ ਦੇ ਪ੍ਰਾਰੰਭ ਮੁੱਖ ਬੰਦ ਵਿੱਚ ਇੱਕ ਗੱਲ ਬੜੀ ਪਿਆਰੀ ਲਿਖੀ। ਉਹ ਕਹਿੰਦੇ, ਦੁਨੀਆ ਦੇ ਲੋਕੋ, ਮੈਂ ਉਹਨਾਂ ਬੰਦਿਆਂ ਦਾ ਪੂਰੇ ਜੀਵਨ ਲਈ ਕਰਜ਼ਾਈ ਹੋ ਗਿਆ ਜਿਨ੍ਹਾਂ ਬੰਦਿਆਂ ਨੇ ਜ਼ਿੰਦਗੀ ਵਿੱਚ ਮੈਨੂੰ ਇੱਕ ਵੀ ਗੱਲ ਕੋਈ ਕੰਮ ਦੀ ਦੱਸੀ ਹੋ। ਜਿਨ੍ਹਾਂ ਬੰਦਿਆਂ ਤੋਂ ਮੈਂ ਇੱਕ ਵੀ ਕੋਈ ਗੱਲ ਕੰਮ ਦੀ ਸਿੱਖੀ, ਇੱਕ ਵੀ ਗੱਲ, ਮੈਂ ਪੂਰੀ ਉਮਰ ਲਈ ਉਹਨਾਂ ਬੰਦਿਆਂ ਦਾ ਕਰਜ਼ਾਈ ਹੋ ਗਿਆ। ਜਦੋਂ ਉਹ ਗੱਲ ਚੇਤੇ ਆਉਂਦੀ ਹੈ, ਉਹ ਇਨਸਾਨ ਕਿਤੇ ਵੀ ਬੈਠੇ ਹੋਣ, ਉਹ ਗੱਲ ਚੇਤੇ ਕਰਕੇ ਅੰਦਰੋਂ ਮੇਰਾ ਸੀਸ ਉਹਨਾਂ ਦੇ ਚਰਨਾਂ ਝੁਕ ਜਾਂਦਾ। ਆਹ ਗੱਲ ਫਲਾਨੇ ਟਾਈਮ ਫਲਾਨੇ ਬੰਦੇ ਨੇ ਦੱਸੀ ਸੀ। ਚੰਗੇ ਗੁਣ ਦੇਣ ਵਾਲਿਆਂ ਦੀ ਕਦਰ ਵੇਖੋ ਕਿਵੇਂ। ਗੁਰੂ ਨਾਨਕ ਸਾਹਿਬ ਉੱਠ ਕੇ ਖਲੋ ਗਏ, ਅਦਬ ਸਤਿਕਾਰ ਨਾਲ ਕਿਹਾ, ਪੰਡਤ ਹਰਦਿਆਲ ਜੀ ਆਓ, ਜੀ ਆਇਆਂ ਨੂੰ, ਬੈਠੋ ਚਾਰਪਾਈ ਤੇ ਪੰਡਤ ਹਰਦਿਆਲ ਨਜ਼ਰ ਕਮਜ਼ੋਰ ਹੈ, ਹੱਥ ਜੋੜ ਕੇ ਕਹਿੰਦੇ ਨੇ, ਗੁਰੂ ਨਾਨਕ ਜੀ, ਮੈਂ ਚਾਰਪਾਈ ਤੇ ਨਹੀਂ ਭੋਏ ਬੈਠਾਂਗਾ ਤੇ ਤੁਸੀਂ ਆਪਣੀ ਚਾਰਪਾਈ ਮੰਜੇ ਤੇ ਬੈਠੋ। ਅੱਜ ਮੈਂ ਤੁਹਾਡੇ ਕੋਲੋਂ ਕੁਝ ਸਿੱਖਣ ਆਇਆ। ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਦਬ ਸਤਿਕਾਰ ਨਾਲ ਮੰਜੇ ਤੇ ਬਿਠਾਏ ਤੇ ਪੰਡਤ ਹਰਦਿਆਲ ਕੋਲੋਂ ਪੁੱਛਦੇ ਨੇ, ਦੱਸੋ ਕਿਵੇਂ ਆਏ ਹੋ? ਇਹ ਹੱਥ ਜੋੜ ਕੇ ਕਹਿੰਦਾ, ਗੁਰੂ ਨਾਨਕ ਸਾਹਿਬ, ਮੈਂ ਤੁਹਾਨੂੰ ਪੜ੍ਹਾਇਆ ਨਹੀਂ, ਕਿਉਂਕਿ ਗੁਰੂ ਨਾਨਕ ਨੂੰ ਕੋਈ ਪੜ੍ਹਾ ਨਹੀਂ ਸਕਦਾ। ਤੁਸੀਂ ਤੇ ਸੰਸਾਰ ਨੂੰ ਪੜ੍ਹਾਉਣ ਆਏ ਹੋ। ਮੇਰੇ ਕੋਲ ਤੇ ਸੰਸਾਰ ਦੀ ਵਿੱਦਿਆ ਹੈ, ਜਿਹੜੀ ਵਿੱਦਿਆ ਨਾਲ ਸੰਸਾਰ ਚੱਲਦਾ ਹੈ। ਮੈਂ ਗਣਿਤ ਸਿਖਾ ਸਕਦਾ, ਜਿਹੜੀ ਵਿੱਦਿਆ ਨਾਲ ਸੰਸਾਰ ਚੱਲਦਾ ਹੈ, ਮੈਂ ਪੱਟੀ 35 ਅੱਖਰ ਸਿਖਾ ਸਕਦਾ। ਪਰ ਗੁਰੂ ਨਾਨਕ ਸਾਹਿਬ, ਜਿਹੜੀ ਵਿੱਦਿਆ ਨਾਲ ਸੰਸਾਰ ਤੋਂ ਤਰਿਆ ਜਾ ਸਕਦਾ, ਉਹ ਤੂੰ ਸਿਖਾ ਸਕਦਾ। ਮਹਾਰਾਜ, ਜਿਹੜੀ ਵਿੱਦਿਆ ਨਾਲ ਸੰਸਾਰ ਚੱਲਦਾ ਹੈ, ਉਹ ਵਿੱਦਿਆ ਮੈਂ ਗਣਿਤ ਸਿਖਾ ਸਕਦਾ। ਜਿਹੜੀ ਵਿੱਦਿਆ ਨਾਲ ਸੰਸਾਰ ਤੋਂ ਤਰਿਆ ਜਾ ਸਕਦਾ, ਉਹ ਗੁਰੂ ਨਾਨਕ ਸਾਹਿਬ ਤੁਸੀਂ ਸਿਖਾ ਸਕਦੇ ਹੋ। ਇੱਕ ਕਿਰਪਾ ਕਰੋ, ਤੁਸੀਂ ਕੌਡੇ ਰਾਖਸ਼ ਭੀਲ ਨੂੰ ਤਾਰਿਆ। ਮੈਂ ਸੁਣਿਆ ਸੱਜਣ ਠੱਗ ਨੂੰ ਤਾਰ ਦਿੱਤਾ। ਮੈਂ ਸੁਣਿਆ ਇਹ ਗੁਰੂ ਨਾਨਕ ਸਾਹਿਬ, ਤੁਸੀਂ ਕਲਯੁਗੀ ਪੰਡੇ ਦਾ ਉਧਾਰ ਕੀਤਾ। ਸੱਚੇ ਪਾਤਸ਼ਾਹ, ਤੁਹਾਡੇ ਅੱਗੇ ਮੌਲਵੀ ਝੁਕਦੇ ਨੇ, ਪੰਡਤ ਝੁਕਦੇ ਨੇ। ਗੁਰੂ ਨਾਨਕ ਸਾਹਿਬ, ਕੋਈ ਮੈਨੂੰ ਵੀ ਉਪਦੇਸ਼ ਦੇ ਦਿਓ। ਸਰੀਰ ਬਿਰਧ ਹੋ ਗਿਆ, ਅੱਜ ਨਹੀਂ ਕੱਲ, 10 ਨਹੀਂ 20 ਦਿਨਾਂ ਨੂੰ, ਮਹੀਨੇ ਨਹੀਂ ਸਾਲ ਨੂੰ, ਇੱਕ ਦਿਨ ਮੈਂ ਸਰੀਰ ਕਰਕੇ ਅੱਖਾਂ ਮੀਟ ਜਾਣੀਆਂ। ਕੋਈ ਐਸਾ ਉਪਦੇਸ਼ ਦਿਓ ਕਿ ਮੇਰਾ ਜੀਵਨ ਸਫਲ ਹੋ ਜਾਏ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ